इंडिया वेटरन ऑर्गेनाइजेशन द्वारा मांगों को लेकर एडीसी को मांग पत्र सौंपा गया। पूर्व सूबेदार मेजर दिलबाग सिंह, सोहन सिंह, पूर्व कैप्टन दर्शन सिंह ने बताया कि केंद्र सरकार व फौज के मुखी जनरल विपिन कुमार रावत द्वारा लाए जा रहे बिल का विरोध किया जा रहा है। सेवामुक्त फौजी साथियों के साथ पेंशन व वेतन की कटौती की जा रही है, सर्विस बढ़ाई जा रही है। जो हमारी सुविधाएं चल रही हैं हम उनसे संतुष्ट हैं, मगर हमारी पेंशन व वेतन में कटौती संबंधी पेश किया जा रहा बिल पक्के तौर पर रद्द होना चाहिए। हमारा 1 रैंक 1 पेंशन धरना चल रहा है, वह सरकार ने क्लियर नहीं किया। उल्टा दूसरा प्रस्ताव जनरल रावत द्वारा सरकार को सौंपना सही सोच नहीं है। ਰਿਟਾਇਰ ਕੈਪਟਨ ਦਰਸ਼ਨ ਸਿੰਘ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ? ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜੋ ਸਾਡੇ ਸੀਡੀਐਸ ਵਿਪਨ ਰਾਵਤ ਸਾਹਿਬ ਨੇ ਪ੍ਰਪੋਜ਼ਲ ਨਵਾਂ ਕੱਢਿਆ ਹੈ ਉਹਦੇ ਅਸੀਂ ਅਗੇਂਸਟ ਇੱਕ ਅੱਜ ਵਿਗਿਆਪਨ ਪੱਤਰ ਸਾਡੇ ਮਾਨਯੋਗ ਡੀਸੀ ਸਾਹਿਬ ਨੂੰ ਦਿੱਤਾ ਹੈ, ਜੋ ਉਹਦੇ ਵਿੱਚ ਲਿਖ ਕੇ ਦਿੱਤਾ ਹੈ ਕਿ ਜੋ ਵੀ ਸਾਡੇ ਜਵਾਨ ਬਾਰਡਰ ਤੇ ਜਾਂ ਹੋਰ ਡਿਊਟੀ ਕਰ ਰਹੇ ਆ ਉਹਨਾਂ ਦੇ ਦੋ ਮਤਲਬ ਇੱਕ ਹੈ ਸਾਡਾ ਜਵਾਨ, ਇੱਕ ਹੈ ਸਰਵਿਸ, ਇੱਕ ਹੈ ਆਰਮਸ। ਸਰਵਿਸ ਤੇ ਆਰਮਸ ਦੋਵਾਂ ਦਾ ਫਰਕ ਹੈ। ਸਰਵਿਸ ਦੇ ਵਿੱਚ ਆਉਂਦੇ ਸਾਡੇ ਈਐਮਈ ਔਰ ਏਐਮਸੀ ਆਰਡੀਨੈਂਸ ਤੇ ਹੋਰ ਜਿਹੜੇ ਗ੍ਰਿਪ ਜਾਂ ਬਾਕੀ ਜਿਹੜੇ ਨਾਲ ਲੜਨ ਵਾਲੇ ਆ ਉਹਨਾਂ ਦੀ ਜਿਹੜੀ ਸਰਵਿਸ ਇਹਨਾਂ ਨੇ 7 ਸਾਲ ਵਧਾਉਣ ਦਾ ਪ੍ਰਪੋਜ਼ਲ ਦਿੱਤਾ ਹੈ। ਜੋ ਸਾਡੇ ਆਰਮਸ ਵਾਲੇ ਆ, ਜਿਹੜੇ ਫਾਈਟਿੰਗ ਫੋਰਸ ਵਾਲੇ ਆ, ਉਹਨਾਂ ਦੀ ਸਰਵਿਸ ਦੇ ਵਿੱਚ ਇਹਨਾਂ ਨੇ ਬਹੁਤ ਕੁਝ ਕਰ ਦਿੱਤਾ ਵੀ ਜੋ ਸਾਡੇ ਜਵਾਨ 15, 16, 17, 20 ਸਾਲ ਤੱਕ ਰਿਟਾਇਰ ਹੁੰਦੇ ਆ ਉਹਨਾਂ ਦੀ ਪੈਨਸ਼ਨ ਔਰ ਤਨਖਾਹ ਦੀ ਕਟੌਤੀ ਕਰਨ ਦਾ ਪ੍ਰਪੋਜ਼ਲ ਇਹਨੇ ਸਰਕਾਰ ਨੂੰ ਦਿੱਤਾ, ਜਨਰਲ ਵਿਪਨ ਰਾਵਤ ਸਾਹਿਬ ਨੂੰ। ਅਸੀਂ ਉਹਦੇ ਵਕਤ ਦੇ ਵਿੱਚ ਇਹ ਵਿਗਿਆਪਨ ਪੱਤਰ ਦਿੱਤਾ ਡੀਸੀ। मेरा नाम सूबेदार मेजर दिलबाग सिंह, इंडियन वेटरन ऑर्गेनाइजेशन ਅੰਮ੍ਰਿਤਸਰ ਪੰਜਾਬ। ਅੱਜ ਤੁਸੀਂ ਕਿਸ ਸਿਲਸਿਲੇ ਦੇ ਵਿੱਚ ਇੱਥੇ ਜਿਹੜਾ ਤੁਸੀਂ ਆਪਣਾ ਜਿਹੜਾ ਮੰਗ ਪੱਤਰ ਦੇਣਾ ਹੈ ਜੀ? ਅਸੀਂ ਇਸ ਸਿਲਸਿਲੇ ਦੇ ਵਿੱਚ ਅੱਜ ਮੰਗ ਪੱਤਰ ਦੇਣ ਆਏ ਕਿ ਜੋ ਸਾਡੇ ਚੀਫ ਜਨਰਲ ਵਿਪਨ ਰਾਵਤ ਜਦ ਤੱਕ ਉਹ ਚੀਫ ਹੀ ਉਹਨਾਂ ਦੀ ਸੋਚ ਬਹੁਤ ਵਧੀਆ ਹੈ ਜਵਾਨਾਂ ਦੇ ਪ੍ਰਤੀ। ਜਦੋਂ ਦੇ ਉਹ ਸੀਡੀਐਸ ਬਣ ਗਏ ਉਸ ਤੋਂ ਬਾਅਦ 'ਚ ਉਹਨਾਂ ਨੇ ਜੋ ਹੁਣ ਜਵਾਨਾਂ ਦੀ ਪੈਨਸ਼ਨ ਤੇ ਕਟੌਤੀ ਦਾ ਜੋ ਪ੍ਰਪੋਜ਼ਲ ਔਰ ਸਰਵਿਸ ਵਧਾਉਣ ਦਾ ਜੋ ਪ੍ਰਪੋਜ਼ਲ ਔਰ ਸਰਵਿਸ ਕਰਕੇ ਰਿਟਾਇਰਮੈਂਟ ਹੋਣ ਤੋਂ ਬਾਅਦ 'ਚ ਸਰਕਾਰੀ ਨੌਕਰੀ ਨਾ ਮਿਲਣ ਦਾ ਜੋ ਪ੍ਰਸਤਾਵ ਗੌਰਮੈਂਟ ਨੂੰ ਸੌਂਪਿਆ ਹੈ ਉਹਨੂੰ ਰੱਦ ਕੀਤਾ ਜਾਵੇ, ਕਿਉਂਕਿ ਹਰ ਜਵਾਨ 20, 25, 30 ਸਾਲ ਤੱਕ ਪਹੁੰਚਦਾ ਨਹੀਂ। ਔਰ ਜੋ ਸਰਵਿਸ ਦਾ ਕ੍ਰਾਈਟੇਰੀਆ ਹੈ ਕਿ 25 ਸਾਲ ਤੱਕ 50%, 25 ਤੋਂ 30 ਸਾਲ ਤੱਕ 60% ਔਰ 30 ਤੋਂ 35 ਸਾਲ ਤੱਕ 75%। ਅਤੇ ਸਾਡੇ ਜਿਹੜਾ ਔਰਸ ਰੈਂਕ ਜਵਾਨ ਔਰ ਜੇਸ਼ੋ ਦੇ ਵਿੱਚ 34 ਸਾਲ ਤੱਕ ਸੁਬੇਦਾਰ ਮੇਜਰ ਕਰਦਾ ਉਹ ਰੈਜੀਮੈਂਟ ਦੇ ਵਿੱਚ ਇੱਕ ਆਉਂਦਾ ਅਤੇ ਉਹ 4 ਸਾਲ ਨੌਕਰੀ ਕਰਦਾ ਹੈ। 4 ਸਾਲ ਤੋਂ ਬਾਅਦ 'ਚ ਉਹ ਰਿਟਾਇਰ ਹੋ ਜਾਂਦਾ, ਐਸਐਮਬੀ 4 ਸਾਲ ਅਤੇ ਉਹ 34 ਤੇ ਰਿਟਾਇਰ ਹੋ ਜਾਂਦਾ। ਅਤੇ ਹਰ ਯੂਨਿਟ ਦੇ ਵਿੱਚੋਂ 1 ਜਾਂ 2% ਉਹ ਬੜੀ ਮੁਸ਼ਕਿਲ ਨਾਲ ਬਣਦਾ। ਇਸ ਕਰਕੇ ਬਾਕੀ ਸਾਰੇ ਜਿਹੜੇ ਜਵਾਨ ਹੈ ਉਹਨਾਂ ਦੇ ਵਾਸਤੇ ਇਹ ਬਹੁਤ ਹੀ ਮਤਲਬ ਬਹੁਤ ਹੀ ਅਫੈਕਟਡ ਲੈਟਰ ਹੈ, ਘੱਟ ਮਤਲਬ ਲੈਟਰ ਹੈ। ਇਹਦੇ ਨਾਲ ਜਵਾਨਾਂ ਦੇ ਮਨ 'ਤੇ ਬੜਾ ਅਸਰ ਪੈ ਸਕਦਾ ਹੈ। ਬਾਕੀ ਮੈਂ ਇਹ ਦੱਸ ਦੇਣਾ ਚਾਹੁੰਦਾ ਕਿ ਦੇਸ਼ ਦੇ ਵਿੱਚ ਜੋ ਸਾਡੇ ਸੈਨਿਕ ਨੇ ਅੱਜ ਤੱਕ ਤੁਸੀਂ ਆਪਣੀ ਏਜ ਲਿਮਿਟ ਤੋਂ ਲੈ ਕੇ ਅੱਜ ਤੱਕ ਕਦੀ ਕਿਸੇ ਸੈਨਾ ਦੇ ਜਵਾਨ ਦਾ ਜਾਂ ਐਕਸ ਸਰਵਿਸਮੈਨ ਦਾ ਸਰਕਾਰ ਕੋਲ ਆਪਣੀ ਕੋਈ ਵੀ ਫਾਈਨੈਂਸ਼ੀਅਲ ਮੰਗ ਕਰਦੇ ਨਹੀਂ ਵੇਖਿਆ ਗਾ, ਨਾ ਅਜੇ ਤੱਕ ਕੀਤੀ ਹੈ। ਸਾਡਾ 1 ਰੈਂਕ 1 ਪੈਨਸ਼ਨ ਦਾ ਜੋ ਧਰਨਾ ਚੱਲ ਰਿਹਾ ਉਹ ਗੌਰਮੈਂਟ ਨੇ ਅਜੇ ਤੱਕ ਕਲੀਅਰ ਨਹੀਂ ਕੀਤਾ। ਉਲਟਾ ਦੂਸਰਾ ਪ੍ਰਸਤਾਵ ਜਿਹੜਾ ਹੈ ਜਨਰਲ ਵਿਪਨ ਰਾਵਤ ਨੇ ਸਰਕਾਰ ਨੂੰ ਕਿਉਂ ਸੌਂਪਤਾ, ਉਹਨਾਂ ਦੀ ਕੀ ਮਨਸਾ ਰਹੀ ਹੈ, ਕੀ ਸੋਚ ਹੈ, ਸਾਨੂੰ ਉਹਦੇ ਬਾਰੇ ਪਤਾ ਨਹੀਂ ਹੈ। ਪਰ ਇਹ ਬਹੁਤ ਹੀ ਮਾੜੀ ਸੋਚ ਦਾ ਪ੍ਰਦਰਸ਼ਨ ਹੈ ਜੋ ਜਵਾਨਾਂ ਦੇ ਪ੍ਰਤੀ, ਕਿਉਂਕਿ ਜੋ ਚੀਫ ਸਾਹਿਬ ਨੇ ਉਹ ਚੀਫ ਬਣੇ ਤੇ ਸਾਡੇ ਜਵਾਨਾਂ ਦੇ ਔਰ ਜੇਸ਼ੋ ਦੇ ਔਰ ਅਫਸਰਾਂ ਦੀ ਮਿਹਨਤ ਸਦਕਾ ਵਹਾਂ ਤੱਕ ਪਹੁੰਚੇ। ਹੁਣ ਤੁਸੀਂ ਕੀ ਮੰਗ ਇਹਦੇ ਵਿੱਚ ਤੁਹਾਡੀਆਂ ਜਿਹੜੇ ਤੁਸੀਂ ਮੰਗ ਪੱਤਰ ਦੇ ਇਹਦੇ ਵਿੱਚ ਤੁਹਾਡੀਆਂ ਕੀ ਮੰਗਾਂ ਨੇ? ਸਾਡੀ ਮੰਗ ਤਾਂ ਹੈ ਹੀ ਨਹੀਂ, ਕੋਈ ਮੰਗ ਤਾਂ ਕੋਈ ਹੈ ਹੀ ਨਹੀਂ ਹੈ। ਆਲਮੋਸਟ ਜੋ ਸਾਨੂੰ ਬੈਨੀਫਿਟ ਅੱਜ ਤੱਕ ਗੌਰਮੈਂਟ ਦੇ ਰਹੀ ਹੈ ਔਰ ਉਹ ਵੀ ਗੌਰਮੈਂਟ ਦੇ ਆਧਾਰ 'ਤੇ ਅਤੇ ਉਹਦੇ ਵਿੱਚ ਹੀ ਕੱਟ ਲਾਉਂਦੇ ਜੋ ਅੱਜ ਤੱਕ ਸਾਨੂੰ ਮਿਲ ਰਿਹਾ ਜਾਂ ਅੱਗੇ ਸਮੇਂ ਮਿਲਣਾ ਹੈ ਉਹਦੇ ਵਿੱਚੋਂ ਕੱਟ ਕੀਤਾ ਜਾਂਦਾ। ਮੰਗ ਤਾਂ ਕੋਈ ਹੈ ਹੀ ਨਹੀਂ। ਐਕਸ ਸਰਵਿਸਮੈਨ ਜਿਹੜੇ ਨੇ ਉਹ ਹਮੇਸ਼ਾ ਹੀ ਜਿਹੜੇ ਨੇ ਸਰਕਾਰ ਦੀ ਰੀੜ੍ਹ ਦੀ ਹੱਡੀ ਰਹੇ ਨੇ, ਠੀਕ ਹੈ ਜੀ। ਜੇ ਮੰਨ ਲਓ ਇਹ ਤੁਹਾਡੇ ਜਿਹੜੇ ਪ੍ਰਪੋਜ਼ਲ ਐਕਸੈਪਟ ਨਹੀਂ ਕੀਤੇ ਜਾਂਦੇ ਜਾਂ ਇਹਦੇ 'ਚ ਕਟੌਤੀ ਕੀਤੀ ਜਾਂਦੀ ਤਾਂ ਫਿਰ ਅਗਲੀ ਵਾਰ ਵੀ ਕੀ ਕੀਤੀ ਜਾਏਗੀ? ਵੇਖੋ ਜੀ, ਐਕਸ ਸਰਵਿਸਮੈਨ ਇੱਕ ਅਲੱਗ ਪਾਰਟ ਹੋ ਗਿਆ ਔਰ ਸਰਵਿਸਮੈਨ ਇੱਕ ਅਲੱਗ ਪਾਰਟ ਹੈ। ਸਾਡਾ ਵਿਸ਼ਾ ਜਿਹੜਾ ਹੈ ਜੋ ਸਾਡੇ ਜਵਾਨ ਅੱਜ ਬਾਰਡਰਾਂ ਤੇ ਦੇਸ਼ ਦੇ
ਕੋਨੇ-ਕੋਨੇ ਤੇ ਦੁਰਗਮ ਔਰ ਕਠਿਨ ਇਲਾਕਿਆਂ ਦੇ ਵਿੱਚ ਨੌਕਰੀ ਕਰ ਰਹੇ ਨੇ, ਜਿੱਥੇ ਪਾਣੀ ਵੀ ਨਹੀਂ ਮਿਲਦਾ, ਖਾਣੇ ਦੀ ਵੀ ਕਈ ਵਾਰ ਪ੍ਰੋਬਲਮ ਆ ਜਾਂਦੀ, ਲੀੜੇ ਕੱਪੜੇ ਦੀ ਵੀ ਪ੍ਰੋਬਲਮ ਆ ਜਾਂਦੀ, ਕਈ ਵਾਰ ਜਵਾਨ ਬਿਸਤਰਾ ਚੁੱਕ ਕੇ ਲੈ ਕੇ ਜਾਂਦਾ। ਮੈਂ ਇਹ ਦੱਸ ਦੇਣਾ ਚਾਹੁੰਦਾ ਹਾਂ ਕਿ ਚਾਹੇ ਜਵਾਨ ਹੋਵੇ, ਜੇਸ਼ੀ ਹੋਵੇ, ਅਫਸਰ ਹੋਵੇ, ਕਈ ਵਾਰ ਜਵਾਨ ਦੀ ਘਰ ਮਦਰ ਬਿਮਾਰ ਹੈ, ਛੁੱਟੀ ਵਾਸਤੇ ਜਾਂਦਾ, ਉਹ ਕਹਿੰਦੇ ਪੈਸਾ ਭੇਜ ਦੇ, ਤੇ ਬਹੁਤ ਡਿਊਟੀਆਂ ਤੇ ਜਵਾਨਾਂ ਦੀ ਜ਼ਰੂਰਤ ਹੈ, ਕੰਮ ਹੈ ਆਪਣਾ, ਬਾਰਡਰ ਤੇ ਡਿਊਟੀ ਹੈ, ਤੇ ਉਹ ਜਵਾਨ ਉਹ ਵੀ ਐਕਸੈਪਟ ਕਰ ਲੈਂਦਾ। ਮਾਂ ਦੀ ਡੈਥ ਹੋ ਜਾਂਦੀ ਆ, ਆਪਣੀ ਮਾਂ ਨੂੰ ਕੰਧਾ ਦੇਣ ਤੱਕ ਵੀ ਜਵਾਨ ਆ ਨਹੀਂ ਸਕਦਾ, ਲੇਕਿਨ ਉਹ ਦੇਸ਼ ਦੀ ਸੇਵਾ ਦੇ ਵਿੱਚ ਕਤਈ ਵੀ ਢਿੱਲ ਨਹੀਂ ਪਾਉਂਦਾ। ਤੇ ਸਰਕਾਰ ਨੇ ਜੋ ਵੀ ਸਰਕਾਰੀ ਅਦਾਰੇ ਜਿਹੜੇ ਇਹ ਕੱਟ ਲਾਉਣ ਦੀ ਸੋਚ ਰਹੇ, ਉਹ ਦੁਰਗਮ ਇਲਾਕੇ ਜਾਂ ਬਾਰਡਰ ਦੇ ਉੱਤੇ 2-4 ਮਹੀਨੇ ਡਿਊਟੀ ਕਰਕੇ ਦੇਖਣ, 1 ਸਾਲ ਡਿਊਟੀ ਕਰਕੇ ਦੇਖਣ, ਆਪਣੇ ਬੱਚਿਆਂ ਨੂੰ ਭੇਜ ਕੇ ਦੇਖਣ, ਤਾਂ ਉਹਨੂੰ ਉਸ ਚੀਜ਼ ਦਾ ਪਤਾ ਲੱਗੂਗਾ। ਪੀਸ ਇਲਾਕੇ ਦੇ ਵਿੱਚ ਏਸੀ ਜਾਂ ਹੀਟਰਾਂ ਵਾਲੇ ਕਮਰਿਆਂ ਦੇ ਵਿੱਚ ਬੈਠ ਕੇ ਆਪਾਂ ਕੁਝ ਵੀ ਦਿਮਾਗ ਤੇ ਚੱਲ ਕੇ ਬਣਾਈ ਜਾਵਾਂਗੇ, ਉਹ ਬਹੁਤ ਨੁਕਸਾਨਦੇਹ ਸਾਡੇ ਦੇਸ਼ ਵਾਸਤੇ। ਭਾਰਤ ਦੇਸ਼ ਸਾਡਾ ਹੈ, ਅਸੀਂ ਇਸ ਦੇਸ਼ ਦੇ ਵਸਨੀਕ ਹਾਂ। ਭਾਰਤ ਦੇਸ਼ ਦੀ ਰੱਖਿਆ ਕਰਨਾ ਸਾਡਾ ਔਰ ਸਾਡੇ ਜਵਾਨਾਂ ਦਾ ਹੱਕ ਹੈ ਔਰ ਉਹਨਾਂ ਦਾ ਫਰਜ਼ ਹੈ। ਉਹ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਆਪਣਾ ਮਨੋਬਲ ਡਾਊਨ ਨਹੀਂ ਕਰਨਾ। ਅਸੀਂ ਜੋ ਰਿਟਾਇਰਮੈਂਟ ਪਾਰਟ ਹੈ, ਅਸੀਂ ਉਹਨਾਂ ਦੇ ਹੱਕ ਦੀ ਤੇ ਸੱਚ ਦੀ ਆਵਾਜ਼ ਨੂੰ ਉਠਾਉਂਦੇ ਰਹਾਂਗੇ ਔਰ ਗਵਰਨਮੈਂਟ ਕੋਲੋਂ ਉਹਨਾਂ ਦੇ ਹੱਕ ਨੂੰ ਅਸੀਂ ਲੈ ਕੇ ਰੱਖਾਂਗੇ। ਤੁਹਾਡਾ ਅਗਲਾ ਸਟੈਪ ਕੀ ਰਹੇਗਾ ਜੀ ਜੇ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਹੋਈਆਂ? ਵੇਖੋ ਜੀ, ਸਾਡੀ ਮੰਗ ਤੇ ਮੈਂ ਬਾਰ-ਬਾਰ ਕਹਿੰਦਾ ਮੰਗ ਨਹੀਂ ਹੈਗੀ, ਸਾਡੇ 'ਚ ਕਟੌਤੀ ਰਹੇਗੀ ਤੇ ਅਗਲਾ ਤੇ ਫਿਰ ਅਸੀਂ ਗਵਰਨਮੈਂਟ ਦੇ ਨਾਲ ਇਸ ਤਰ੍ਹਾਂ ਸੰਘਰਸ਼ ਕਰਾਂਗੇ। ਸਾਨੂੰ ਜ਼ਰੂਰਤ ਪਈ ਤੇ ਅਸੀਂ ਫਿਰ ਦਿੱਲੀ ਨੂੰ ਕੂਚ ਕਰਾਂਗੇ। ਠੀਕ। ਪ੍ਰੈਜ਼ੀਡੈਂਟ ਅੰਮ੍ਰਿਤਸਰ ਸੋਹਣ ਸਿੰਘ ਜੀ, ਕੀ ਹੈ ਜੀ ਜਿਹਦੇ ਕਰਕੇ ਅੱਜ ਤੁਹਾਨੂੰ ਮੰਗ ਪੱਤਰ ਦੇਣ ਦੀ ਲੋੜ ਪਈ? ਮੰਗ ਪੱਤਰ ਇਹ ਆ, ਸਾਡੇ ਆਪਣੇ ਪ੍ਰੈਜ਼ੀਡੈਂਟ ਸਾਹਿਬ ਨੇ, ਦਿਲਬਾਗ ਸਿੰਘ ਨੇ, ਕੈਪਟਨ ਦਿਲਬਾਗ ਸਾਹਿਬ ਨੇ ਪਹਿਲਾਂ ਦੱਸ ਦਿੱਤਾ ਹੈ ਕਿ ਸਾਡਾ ਕੋਈ ਮੰਗ ਪੱਤਰ ਨਹੀਂ ਹੈ। ਜੋ ਸਾਡੀਆਂ ਆਲਰੈਡੀ ਪੈਨਸ਼ਨਾਂ ਚੱਲ ਰਹੀਆਂ ਨੇ, ਜੋ ਸਾਨੂੰ ਹੱਕ ਮਿਲ ਰਿਹਾ ਹੈ, ਉਹਦੇ ਵਿੱਚ ਕਟੌਤੀ ਜਾਏ। ਮੰਗ ਤਾਂ ਅਜੇ ਤੱਕ ਹਾਲੇ ਅਸੀਂ ਕੀਤੀ ਨਹੀਂ ਹੈ, ਪਹਿਲੇ ਦਿਲਬਾਗ ਸਾਹਿਬ ਨੇ ਦੱਸ ਹੀ ਦਿੱਤਾ ਹੈ। ਜਿਹੜੀਆਂ ਸਾਡੀਆਂ ਮੰਗਾਂ ਨੇ, ਜਿਹੜੀਆਂ ਸਾਡਾ ਚੱਲ ਰਿਹਾ, ਪੈਨਸ਼ਨ ਚੱਲ ਰਹੀ ਆ, ਚਾਹੇ ਸਾਡੀ ਸਰਵਿਸ ਚੱਲ ਰਹੀ ਆ, ਉਹਦੇ ਵਿੱਚ ਕਟੌਤੀ ਨਾ ਕੀਤਾ ਜਾਵੇ, ਸਰਵਿਸ ਨਾ ਵਧਾਈ ਜਾਵੇ, ਸਾਡੇ ਜਵਾਨਾਂ ਦੀ ਪੈਨਸ਼ਨ ਨਾ ਕੱਟ ਕੀਤੀ ਜਾਵੇ, ਕਿਉਂਕਿ 35 ਸਾਲ ਦਾ ਰੇਂਜ ਜੋ ਇਹਨਾਂ ਨੇ ਰੱਖਿਆ ਹੈ, ਆਲਰੇਡੀ ਓਵਰਸ 35 ਸਾਲ ਦੀ ਸਰਵਿਸ ਨਹੀਂ ਕਰ ਸਕਦਾ। ਇੱਕ ਐਸਐਮ ਇੱਕ ਪਲਟਨ ਦੇ ਵਿੱਚ, ਇੱਕ ਰੈਜੀਮੈਂਟ ਦੇ ਵਿੱਚ ਇੱਕ ਹੀ ਹੁੰਦਾ ਹੈ ਜੋ ਕਿ 34 ਸਾਲ ਸਰਵਿਸ ਕਰਕੇ ਰਿਟਾਇਰ ਹੋ ਜਾਂਦਾ ਹੈ। ਉਹ ਤੋਂ 35 ਸਾਲ ਕਰ ਹੀ ਨਹੀਂ ਸਕਦਾ, 35 ਸਾਲ ਪੂਰੀ ਸਰਵਿਸ ਕਰ ਹੀ ਨਹੀਂ ਸਕਦਾ, ਤੇ ਇਹ 100% ਉਹ ਪੈਨਸ਼ਨ ਲੈ ਹੀ ਨਹੀਂ ਸਕਦਾ। ਇਹਨਾਂ ਨੇ ਮਾਰਗ 35 ਸਾਲ ਦਾ ਇਸੇ ਕਰਕੇ ਦਿੱਤਾ ਹੈ ਕਿ 35 ਸਾਲ ਦੇ ਵਿੱਚ ਕੋਈ ਵੀ ਓਵਰਸ ਜੋ ਹੈ ਪੈਨਸ਼ਨ ਪੂਰੀ 100% ਨਹੀਂ ਲੈ ਸਕਦਾ, ਔਰ ਇਹ ਕਟੌਤੀ ਕੀਤੀ ਤਾਂ ਹੀ ਇਹਨਾਂ ਨੇ ਸਰਵਿਸ ਵਧਾਈ ਆ ਔਰ ਪੈਨਸ਼ਨ ਦੀ ਕਟੌਤੀ ਕਰ ਰਿਹਾ। ਦੂਸਰਾ ਪ੍ਰੀਮੇਚਰ, ਜੋ ਬੋਲਤੇ ਕਿ ਜੋ ਪ੍ਰੀਮੇਚਰ ਆਏਗਾ ਉਹਨੂੰ ਪੈਨਸ਼ਨ ਕਟੌਤੀ ਨਹੀਂ ਮਿਲ ਗਈ। ਪ੍ਰੀਮੇਚਰ ਦੇ ਕਿਤੇ ਵੀ ਪ੍ਰੋਬਲਮ ਆ ਸਕਦੀ ਹੈ, ਕਿਸੇ ਦੀ ਮਿਸਿਸ ਦੀ ਪ੍ਰੋਬਲਮ ਆ ਸਕਦੀ ਹੈ, ਕਿਸੇ ਦੇ ਮਾਪਿਓ ਦੀ ਪ੍ਰੋਬਲਮ ਆ ਸਕਦੀ ਹੈ, ਉਹਨੂੰ ਮਜਬੂਰੀ ਕਾਰਨ ਉਹਨੂੰ ਪ੍ਰੀਮੇਚਰ ਪੈਨਸ਼ਨ ਆਉਣਾ ਹੀ ਪੈਂਦਾ ਹੈ, ਜਿਸ ਕਾਰਨ ਉਹਨੂੰ ਪੈਨਸ਼ਨ ਮਿਲੇਗੀ ਨਹੀਂ। ਤਕਰੀਬਨ ਜਵਾਨ ਆਪਣਾ ਇੱਕ ਕੋਰਸ ਜਵਾਨ ਹੈ, 17 ਸਾਲ ਦੀ ਨੌਕਰੀ ਕਰਕੇ ਆ ਸਕਦਾ ਹੈ, ਤੇ ਇਸ ਕਰਕੇ ਉਹਦੀ ਪੈਨਸ਼ਨ ਦੇ ਵਿੱਚ ਨਾ ਕਟੌਤੀ ਕੀਤੇ। ਸਾਡੀ ਕੋਈ ਮੰਗ ਨਹੀਂ ਹੈ, ਲੇਕਿਨ ਜਿਹੜੀਆਂ ਸਾਡੀਆਂ ਰੈਗੂਲਰ ਪੈਨਸ਼ਨਾਂ ਚੱਲ ਰਹੀਆਂ, ਸਰਵਿਸ ਚੱਲ ਰਹੀ ਆ ਔਰ ਤਨਖਾਹ ਚੱਲ ਰਹੀ ਆ, ਅਸੀਂ ਉਹਦੇ ਵਿੱਚ ਹੀ ਸੰਤੁਸ਼ਟ ਹਾਂ। ਪਰ ਇਹ ਕਟੌਤੀ ਨਾ ਕੀਤੀ ਹੈ। ਅਸੀਂ ਵਿਪਨ ਰਾਵਤ ਔਰ ਜਨਰਲ ਵਿਪਨ ਰਾਵਤ ਨੂੰ ਬਾਰ-ਬਾਰ ਅਸੀਂ ਇਹ ਕਹਿੰਦੇ ਹਾਂ ਵੀ ਇਹਦੇ ਵਿੱਚ ਕਟੌਤੀ ਨਾ ਕੀਤੀ ਹੈ, ਉਹ ਲੈਟਰ ਵਾਪਸ ਕੀਤਾ ਜਾਵੇ। ਠੀਕ।